तो लास्ट क्लास में अपन ने करा था फ्रेंच रेवोल्यूशन, है ना। तो फ्रेंच रेवोल्यूशन के बाद हुई सी अपनी बैटल ऑफ वाटरलू। बैटल ऑफ वाटरलू बिटवीन नेपोलियन एंड ऑस्ट्रिया, रशिया, प्रशिया और ब्रिटेन। क्लियर। तब बैटल ऑफ वाटरलू तो बाद हुई सी अपनी वेना कांग्रेस, ठीक है, वेयर दे रिस्टोर्ड दी ओल्ड ऑर्डर ऑफ बॉर्बन डायनेस्टी। क्लियर। ਤਾਂ ਹੁਣ ਇੱਕ ਚੀਜ਼ ਸਮਝਣੀ ਹੈ ਰਾਜੇ, बैटल ऑफ वाटरलू ਇਹ ਬੇਸਿਕਲੀ ਕਿਹਦੇ ਵਿੱਚ ਹੋਈ ਸੀ? कंजर्वेटिव्स और लिबरल्स, ठीक है। रीजन की सी जो नेपोलियन सी उसकी पॉलिसीज थोड़ियां ज्यादा लिबरल सी, ਤਾਂ ਜਿਸ ਨਾਲ ਕੰਜ਼ਰਵੇਟਿਵਸ ਨੂੰ ਡਰ ਸੀ ਕਿ ਨੈਪੋਲੀਅਨ ਦੀ ਪਾਲਿਸੀਜ਼ ਦੇ ਨਾਲ ਜੋ ਉਹਨਾਂ ਦਾ 올ਡ ਆਰਡਰ ਹੈ ਉਸ ਦਾ ਇੰਪੈਕਟ ਸਾਰੇ ਕਿਤੇ ਪੂਰੇ ਯੂਰਪ ਦੇ ਵਿੱਚ ਪੈਣਾ ਸਟਾਰਟ ਹੋ ਜਾਏਗਾ। ਜਿਵੇਂ ਫੋਰ ਐਗਜ਼ਾਮਪਲ ਨੈਪੋਲੀਅਨ ਲੈ ਕੇ ਆਇਆ ਸੀ ਇਕਨੋਮਿਕ ਲਿਬਰਲਾਈਜੇਸ਼ਨ, ਪੋਲੀਟੀਕਲ ਲਿਬਰਲਾਈਜੇਸ਼ਨ, ਤਾਂ ਇਹਨਾਂ ਨੂੰ ਡਾਊਟ ਸੀ ਕਿ ਅਗਰ ਫੋਰ ਐਗਜ਼ਾਮਪਲ ਇਹ ਯੂਰਪ ਹੈ, ਅਗਰ ਇਹ ਡਿਮਾਂਡ ਫਰਾਂਸ ਦੇ ਵਿੱਚ ਹੋ ਰਹੀ ਹੈ ਤਾਂ ਬਾਕੀ ਜਗ੍ਹਾ ਤੇ ਵੀ ਆਣੀ ਸਟਾਰਟ ਹੋ ਜਾਏਗੀ। ਤਾਂ ਉसी करके बैटल ऑफ वाटरलू हुई सी जिसदे विच ब्रिटेन, रशिया, प्रशिया और ऑस्ट्रिया इन्हां चारां ने मिलकर नेपोलियन नूं डिफीट करता सी। उस तो बाद आपां गल कर रहे सी फ्रांस दी। हुण फ्रांस दे विच रूलर कौन सी? नेपोलियन। ਤਾਂ ਇਸ ਨੂੰ ਡਿਫੀਟ ਕਰਨ ਤੋਂ ਬਾਅਦ ਤਾਂ ਦੁਬਾਰਾ ਇਹਨਾਂ ਨੇ ਕਿਹਨਾਂ ਨੂੰ ਉਰੇ ਐਸਟੈਬਲਿਸ਼ ਕਰਤਾ? ਕੰਜ਼ਰਵੇਟਿਵਸ ਨੂੰ, ਠੀਕ ਹੈ। ਜਦੋਂ ਆਪਾਂ ਫ੍ਰੈਂਚ ਰੈਵੋਲੂਸ਼ਨ ਸਟਾਰਟ ਕਰਿਆ ਸੀਗਾ ਲੂਈ 16 ਵਾਸ ਦੀ ਕਿੰਗ, ਤਾਂ ਕਿਹੜੀ ਡਾਇਨੈਸਟੀ ਸੀ? ਬਰਬਨ ਡਾਇਨੈਸਟੀ। ਤਾਂ ਦੁਬਾਰਾ ਤੋਂ ਇਹਨਾਂ ਨੇ ਬਰਬਨ ਡਾਇਨੈਸਟੀ ਨੂੰ ਹੀ ਉਰੇ ਰੀਸਟੋਰ ਕਰਤਾ। ਤਾਂ ਹੁਣ ਨया ਕਿੰਗ ਕੌਣ ਬਣਿਆ? ਲੂਈ ਫਿਲਿਪ। ਫਰਾਂਸ ਦਾ ਨਵਾਂ ਰਾਜਾ ਕਿਸ ਨੂੰ ਬਣਾਇਆ? ਲੂਈ ਫਿਲਿਪ ਨੂੰ। ਕਲੀਅਰ। ट्रीटी ऑफ वेना होस्टेड बाय ड्यूक मैटरनिक। ਹੁਣ ਆਪਾਂ ਪੜਿਆ ਸੀਗਾ ਕਿ ਨੈਪੋਲੀਅਨ ਨੇ ਕਾਫੀ ਜ਼ਿਆਦਾ ਐਕਸਪੀਡੀਸ਼ਨਸ ਕਰੀਆਂ ਸੀ। ਹੁਣ ਜੋ ਟ੍ਰੀਟੀਜ਼ ਉਸਨੇ ਜਿੱਤੀਆਂ ਹੋਈਆਂ ਸੀਗੀਆਂ ਇਹਨਾਂ ਨੇ ਸਾਰੀਆਂ ਆਪਸ ਦੇ ਵਿੱਚ ਡਿਸਟ੍ਰੀਬਿਊਟ ਕਰ ਲਈਆਂ। ਨੀਦਰਲੈਂਡ ਦੇ ਕੋਲ ਨਾਰਥਰਨ ਪਾਰਟ ਚਲਾ ਗਿਆ, ਬਰਬਨ ਡਾਇਨੈਸਟੀ ਦੁਬਾਰਾ ਤੋਂ ਰੀਸਟੋਰ ਹੋ ਗਈ। France lost all the territories annexed by Napoleon. Territories were divided to prevent French expansion. Austria got the control of northern Italy. Clear? ਤਾਂ ਇਹ ਸਾਰਾ ਕੁਝ ਕਦੋਂ ਹੋਇਆ? ਆਫਟਰ ਦੀ ਬੈਟਲ ਆਫ ਵਾਟਰਲੂ। ਦੁਬਾਰਾ ਤੋਂ ਕੰਜ਼ਰਵੇਟਿਵਸ ਦਾ ਰੂਲ ਆ ਗਿਆ। ਹੁਣ ਇਹ ਪੁਆਇੰਟ ਧਿਆਨ ਨਾਲ ਦੇਖਿਓ, ਹੁਣ ਕੰਜ਼ਰਵੇਟਿਵਸ ਦੁਬਾਰਾ ਤੋਂ ਆ ਗਏ ਰੂਲ ਕਰਨ ਦੇ ਲਈ। ਤਾਂ ਬੇਸਿਕਲੀ ਆਹ ਸਾਰੀ ਪੋਪੂਲੇਸ਼ਨ ਹੈ, ਤਾਂ ਇਸ ਨੂੰ ਉਹ ਕੀ ਕਰ ਰਹੇ ਨੇ? ਸਪਰੈਸ, ਠੀਕ ਹੈ। ਹੁਣ ਇਹ ਪੂਰੇ ਲੋਕਾਂ ਨੂੰ ਕਰ ਰਹੇ ਨੇ ਉਹ ਸਪਰੈਸ। ਜਿਵੇਂ ਇਹਨਾਂ ਉੱਤੇ ਕਿਆ ਲੱਗ ਰਹੀਆਂ ਨੇ? ਰਿਸਟ੍ਰਿਕਸ਼ਨਸ, ਠੀਕ ਹੈ। ਆਪਣਾ ਨਿਊਜ਼ਪੇਪਰ ਹੋ ਗਿਆ ਜਾਂ ਪ੍ਰੈਸ ਹੋ ਗਿਆ, ਸਾਰੇ ਉੱਤੇ ਇਹਨਾਂ ਨੇ ਦੁਬਾਰਾ ਤੋਂ ਕੀ ਲਗਾਤਾ? ਬੈਨ। ਬੇਸਿਕਲੀ ਆਪਾਂ ਕਿਆ ਬੋਲ ਦਿੰਦੇ ਆ? ਸੈਂਸਰਸ਼ਿਪ। ਇਹਨਾਂ ਉੱਪਰ ਕਿਆ ਲਗਾਤੀ? ਸੈਂਸਰਸ਼ਿਪ। ਤਾਂ ਇਹਦੇ ਵਿੱਚੋਂ ਕੁਝ ਸੈਕਸ਼ਨ ਜਾਂ ਕੁਝ ਲੋਕ ਐਸੇ ਸੀ ਜੋ ਹਜੇ ਵੀ ਕਿਆ ਕਰਨਾ ਚਾਹ ਰਹੇ ਸੀ? रिवोल्ट, ठीक है। कुछ सैशन करना चाह रहे थे रिवोल्ट, बट ये उस रिवोल्ट नो ओपनली नहीं सी कर सकते, ठीक है। तो इस करके इन्होंने क्या बनानिया स्टार्ट कर दिया? सीक्रेट सोसाइटीज। तो हुण उरे फॉर्मेशन होगी सीक्रेट सोसाइटीज की, जो आप इस टाइम पीरियड में बोलते हैं एजिज ऑफ रेवोल्यूशन, ठीक है। तो इसी विच आपां देखांगे कि ग्रीक की इंडिपेंडेंस हुई थी, उस तो बाद फ्रांस पूरी तरह रिपब्लिक बनेगा, जर्मन की यूनीफिकेशन होएगी और इटली की यूनीफिकेशन होएगी। तो आप अज की क्लास दे विच क्या करांगे? यूनीफिकेशन ऑफ जर्मनी, यूनीफिकेशन ऑफ इटली और उस तो बाद रशियन रेवोल्यूशन, ठीक है।
ਤਾਂ ਯੂਰਪ ਦੇ ਵਿੱਚ ਕੌਣ ਰੂਲ ਕਰ ਰਹੇ ਹੈ? ਕੰਜ਼ਰਵੇਟਿਵਸ। ਉਹ ਲੋਕਾਂ ਨੂੰ ਕਰ ਰਹੇ ਆ ਸਪਰੈਸ ਤੇ ਉਹਨਾਂ ਉੱਪਰ ਕੀ ਲੱਗੀ ਹੈ? ਸੈਂਸਰਸ਼ਿਪ। ਤਾਂ ਕੁਝ ਲੋਕ ਕੀ ਕਰਨਾ ਚਾਹ ਰਹੇ ਸੀ? ਰਿਵੋਲਟ। ਬਟ ਉਹ ਰਿਵੋਲਟ ਓਪਨਲੀ ਨਹੀਂ ਸੀ ਕਰ ਸਕਦੇ, ਤਾਂ ਉਹਨਾਂ ਨੇ ਕੀ ਬਣਾਉਣੀਆਂ ਸਟਾਰਟ ਕਰਤੀਆਂ? ਸੀਕ੍ਰੇਟ ਸੋਸਾਇਟੀਜ਼। ਠੀਕ ਹੈ। ਹੁਣ ਇਹਦਾ ਇੰਪੋਰਟੈਂਟ ਬੰਦਾ ਕੌਣ ਸੀ? ਆਪਣਾ ਜੂਸੇਪੀ ਮੈਜ਼ਨੀ। ਹੁਣ ਮੈਜ਼ਨੀ ਇੱਕ सोसाइटी का मैंबर से, उसनों क्या कहते सी आपां? कार्बोनरी। इसने दो सोसाइटीज बनाई, यंग इटली और यंग यूरोप। मैजनी ने दो सीक्रेट सोसाइटीज बनाई, यंग इटली और यंग यूरोप। कंजर्वेटिव regime did not tolerate criticism. Censorship laws imposed on newspaper, books and plays sought to curb activities that cautioned autocratic government. यानी कि उन्होंने बेसिकली ऑटोक्रेटिक गवर्नमेंट ਨੂੰ ਪ੍ਰੀਵੈਂਟ ਕਰਕੇ ਰੱਖਣਾ ਸੀ। ਉਸ ਤੋਂ ਬਾਅਦ ਇਹ ਥੋੜਾ ਟਾਈਮ ਪੀਰੀਅਡ ਕਿਦਾਂ ਸਟਾਰਟ ਹੋ ਜਾਂਦਾ ਆਪਣਾ? ਰੈਵੋਲੂਸ਼ਨਰੀਜ਼ ਦਾ। Many secret societies formed to oppose autocratic regime, fight for freedom and liberty. Liberal nationalists belong to educated middle class. ਉਸ ਤੋਂ ਬਾਅਦ ਅੰਦਰ ਆ ਜਾ ਆਪਣਾ ਮੈਜ਼ਨੀ। ਇਹ ਪੀਸੀਐਸ ਪੁਆਇੰਟ ਆਫ व्यू इंपॉर्टेंट है कि ਕਿਹੜੀ सोसाइटी ਦਾ ਮੈਂਬਰ ਸੀ? कार्बोनरी। इसने कौन से दो बनाई? यंग इटली एंड यंग यूरोप। क्लियर? इटली कुड नॉट कंटिन्यू टू बी द पैचवर्क ऑफ स्मॉल स्टेट्स एंड किंगडम्स। मैटरनिक एक लाइन बोली सी ड्यूक मैटरनिक ने, डिस्क्राइब्ड हिम यानी कि मैजिनी द मोस्ट डेंजर एनिमी ऑफ सोशल ऑर्डर। क्लियर? और एक आप लाइन पढ़ के हटे हैं पैचवर्क वाली। ਇਹਦਾ मतलब क्या सी कि फॉर एग्जाम्पल आह पूरा यूरोप है, उरे भी लोग रह रहे हैं, उरे भी लोग रह रहे हैं, उरे भी, इधर भी, इधर भी। जिवें आपां एग्जाम्पल करते हैं कि इस एरिया दे विच ऑस्ट्रीयन रह रहे हैं। क्लीयर? इस एरिया दे विच जर्मनस रह रहे हैं, इस एरिया दे विच फ्रेंच लोग रह रहे हैं। तो यानी कि इन्हां दी आपस दे विच किसी तरह की कोई इमोशनल अटैचमेंट या यूनिटी नहीं सी। आपां क्या कह दिंदे आ? एथनीसिटी। इन्हां विच किसी तरह की कोई एथनीसिटी नहीं सी। जिवें ऑस्ट्रिया हंगरी अलग होगा। जे आप फॉर एग्जाम्पल इंडिया की एग्जाम्पल लीए, इंडिया दे विच उरे कोई होर लोग रह रहे हैं, इधर कोई होर, इधर कोई होर, इधर कोई होर। जब तक चारों इकट्ठे नहीं होंगे उदों तक आप किसी तरह का कोई भी रिवॉल्ट नहीं कर सकते। ठीक है? तो मैजनी ने किस चीज़ के उपर फोकस किया कि आपको सारिਆਂ क्या होना पेगा? इकट्ठा। उस तो बाद ही आप रिवॉल्ट कर सकते हैं। जिवें आप बेसिक क्वेश्चन पूछते होंगे एलीमेंट्स ऑफ नेशन तीन होंगे ने, क्या होंगे ने? टेरिटरी। उस तो बाद राजे इसी टाइम पीरियड में आप क्या बोलते हैं? एजिज ऑफ रेवोल्यूशन। हुण ग्रीस वॉर ऑफ इंडिपेंडेंस दी हुई है, अपने लिए इंपॉर्टेंट नहीं है ज़्यादा, बट उरी आएगी ट्रीटी ऑफ कॉन्स्टेंटिनोपल ऑफ 1832। हुण ग्रीस के उपर कौन रूल कर रहा सी? ऑटोमन एम्पायर। हुण ऑटोमन एम्पायर जो ग्रीस है ना, तो जो बाकी सारा यूरोप सी उसनों ਇਹਦੇ ਨਾਲ ਇੱਕ ਇਮੋਸ਼ਨਲ ਅਟੈਚਮੈਂਟ ਸੀ ਡਿਊ ਟੂ देयर एंशिएंट ਕਲਚਰ, है ना। ਤਾਂ ਆਟੋਮਨ ਐਮਪਾਇਰ ਉਸ ਨਾਲ ਛੇੜਛਾੜ ਕਰ ਰਿਹਾ ਸੀ। ਤਾਂ ਬਾਕੀ ਯੂਰਪ ਨੇ ਇਹਨਾਂ ਦਾ ਗ੍ਰੀਸ ਦਾ ਸਾਥ ਦਿੱਤਾ ਤੇ ਇਹਨਾਂ ਦੀ ਇੰਡੀਪੈਂਡੈਂਸ ਦੀ ਲੜਾਈ ਕਦ ਤੋਂ ਸਟਾਰਟ ਹੋ ਗਈ ਸੀ? 1821 ਤੋਂ, ਤੇ ਖਤਮ ਕਦ ਹੋ ਰਹੀ ਹੈ? 1832 ਐਸ ਦੀ ਟ੍ਰੀਟੀ ਆਫ ਕਨਸਟੈਂਟੀਨੋਪਲ। ਇਹ ਰਾਜੇ ਪੀਸੀਐਸ ਵਾਲੇ ਪੁੱਛ ਸਕਦੇ ਨੇ ਕਿ ਇਹ ਟ੍ਰੀਟੀ ਆਫ ਕਨਸਟੈਂਟੀਨੋਪਲ ਕਿਸ ਕਿਸ ਦੇ ਵਿੱਚ ਹੋਈ ਸੀ? ਗ੍ਰੀਸ ਤੇ ਬ੍ਰਿਟੇਨ। ਤੇ ਇਹਦੀ ਡੇਟ ਯਾਦ ਰੱਖਣੀ ਹੈ, ਇਹ ਕਦੋਂ ਹੋਈ ਸੀ। ਉਸ ਤੋਂ ਬਾਅਦ ਆਪਾਂ ਰੈਫਰੈਂਸ ਲੈਣੇ ਆ, ਜਿਵੇਂ ਪਾਰਟੀਸ਼ਨ ਆਫ ਬੰਗਾਲ ਹੋਈ ਸੀ ਇੰਡੀਆ ਦੇ ਵਿੱਚ, ਹਨਾ। ਉਸ ਤੋਂ ਬਾਅਦ ਸਟਾਰਟ ਹੋਈ ਸੀ ਸਵਦੇਸ਼ੀ ਮੂਵਮੈਂਟ। ਤਾਂ ਉਸ ਟਾਈਮ ਤੇ ਹੀ ਕਾਫੀ ਜ਼ਿਆਦਾ ਫੋਕ ਥੀਏਟਰਸ ਹੋਏ ਸੀਗੇ, ਤੇ ਲੋਕਾਂ ਨੂੰ ਨੈਸ਼ਨਲ ਸੌਂਗਸ ਬਣੇ ਸੀ ਕੁਝ, ਹਨਾ। ਤਾਂ ਲੋਕਾਂ ਨੂੰ ਇਕੱਠਾ ਕੀਤਾ ਸੀ ਇਹਨਾਂ ਨੇ ਥਰੂ ਕਲਚਰ। ਤਾਂ ਇਸ ਤਰ੍ਹਾਂ ਹੀ ਦੋ ਬੰਦੇ ਨੇ, ਇੱਕ ਤਾਂ ਜੋਹਾਨ ਗੌਟਫਰਾਈਡ ਔਰ ਦੂਸਰਾ ਕੈਰੋਲ ਕੋਰਪਿੰਸਕੀ। ਇਹਨਾਂ ਨੇ ਥਰੂ ਕਲਚਰ ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਇਸਨੇ ਦੋ ਕਨਸੈਪਟ ਦਿੱਤੇ ਸੀ, ਡੈਸਵੌਕ ਐਂਡ ਵੌਕਜਿਸਟ। ਡੈਸਵੌਕ ਦਾ ਮਤਲਬ ਕੀ ਸੀ? ਕਲਚਰ ਕੈਨ ਓਨਲੀ ਬੀ ਸੀਨ ਅਮੰਗ ਦੀ ਕਾਮਨ ਪੀਪਲ। ਔਰ ਵੌਕਜਿਸਟ, ਕਲਚਰ ਪਲੇਡ ਐਨ ਇੰਪੋਰਟੈਂਟ ਰੋਲ ਇਨ ਕ੍ਰੀਏਸ਼ਨ ਆਫ ਆਈਡੀਆ ਆਫ ਨੇਸ਼ਨ ਥਰੂ ਆਰਟ, ਸਟੋਰੀ, ਪੋਇਟਰੀ ਔਰ ਮਿਊਜ਼ਿਕ। ਔਰ ਜੋ ਸੀ ਆਪਣਾ ਕੈਰੋਲ ਕੋਰਪਿੰਸਕੀ, ਇਹਦੇ ਦੋ ਇੰਪੋਰਟੈਂਟ ਡਾਂਸਿਸ ਸੀਗੇ, ਪੋਲਾਨੀਜ਼ ਔਰ ਮਜੂਰਕਾ। बेसिकली यह पोलैंड के लोगों की गल कर रहा है। क्लीयर?
ਤਾਂ ਵਿੱਚ ਕਲਚਰ ਨੇ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਿਆ। ਉਸ ਤੋਂ ਬਾਅਦ ਗ੍ਰੀਸ ਦੀ ਇੰਡੀਪੈਂਡੈਂਸ, ਪੂਰੇ ਯੂਰਪ ਨੇ ਗ੍ਰੀਸ ਦੀ ਹੈਲਪ ਕਰੀ ਡਿਊ ਟੂ देयर एंशिएंट ਕਲਚਰ। ਤਾਂ 1848 ਦੇ ਵਿੱਚ ਕੀ ਹੋਇਆ ਸੀਗਾ, ਹੁਣ ਫਰਾਂਸ ਦਾ ਰਾਜਾ ਕੌਣ ਬਣਿਆ ਸੀਗਾ, ਲੂਈ ਫਿਲਿਪ। ਕਲੀਅਰ। ਤਾਂ ਅਗੇਨ ਆਪਾਂ ਲਾਸਟ ਕਲਾਸ ਦੇ ਵਿੱਚ ਸਬਸਿਸਟੈਂਸ ਕ੍ਰਾਈਸਿਸ ਕੀਤੇ ਸੀ ਕਿ ਪੋਪੂਲੇਸ਼ਨ ਵੱਧ ਗਈ ਤੇ ਫੂਡ ਦੀ ਸ਼ਾਰਟੇਜ ਹੋ ਗਈ। ਸੇਮ ਉਸੇ ਤਰ੍ਹਾਂ ਦੀ ਸਿਚੁਏਸ਼ਨ ਆ ਗਈ, ਇਸ ਵਾਰ ਸਾਰੀ ਭੀੜ ਇਕੱਠੀ ਹੋ ਗਏ, ਕਿੰਗ ਦੇ ਮਹਿਲ ਦੇ ਅੱਗੇ ਪਹੁੰਚ ਗਈ। ਠੀਕ ਹੈ, ਜਦ ਉਹ ਪਹੁੰਚੀ ਤਾਂ ਲੂਈ ਫਿਲਿਪ ਉੱਥੋਂ ਦੀ ਆਪਣਾ ਮਹਿਲ ਛੱਡ ਕੇ ਚਲਾ ਗਿਆ। ਤਾਂ ਲੋਕਾਂ ਨੇ ਆਪਣੇ ਆਪ ਨੂੰ ਕੀ ਅਨਾਉਂਸ ਕਰਤਾ, ਨੈਸ਼ਨਲ ਅਸੈਂਬਲੀ ਪ੍ਰੋਕਲੇਮਡ ਰਿਪਬਲਿਕ फ्रांस बिकम द रिपब्लिक सफरेज टू ऑल एडल्ट मेल्स, यानी कि वोटिंग रेट्स दोबारा तो मिल गए जो भी 21 साल तो ऊपर है, ओनली फॉर मेल्स। उस तो बाद लिबरल्स कंप्राइज्ड एजुकेटेड मिडिल क्लास who led revolution in Europe. Events of 1848 in France had brought about the abdication of monarch and a republic based on universal main suffrage had been proclaimed. In other parts of Europe, Germany, Poland, men and women of the liberal middle class combined their demands for constitution, यानी कि हुण इन्हां ने जर्मनी दे विच भी ये डिमांड रखनी स्टार्ट करती। हुण जर्मनी दा क्या केस सी, हुण जर्मनी दे जो भी कौन सी अपने लिबरल्स, ठीक है, ए सी अप्रोक्स 831। ਤਾਂ ਇਹ ਸਾਰੇ ਕਿੱਥੇ ਪਹੁੰਚੇ, ਫ੍ਰੈਂਕਫਰਟ। ਠੀਕ ਹੈ, ਉੱਥੇ ਫ੍ਰੈਂਕਫਰਟ 'ਚ ਇਹਨਾਂ ਨੇ ਆਪਣੀ ਕਿਆ ਬਣਾਈ, ਪਾਰਲੀਮੈਂਟ। ਠੀਕ ਹੈ, ਸੇਂਟ ਥੋਮਸ ਚਰਚ ਸੀ ਜਿੱਥੇ ਇਹਨਾਂ ਨੇ ਕਿਆ ਬਣਾਈ, ਆਪਣੀ ਪਾਰਲੀਮੈਂਟ। ਔਰ ਉੱਥੇ ਹੀ ਇਹਨਾਂ ਨੇ ਫੋਟੋ ਲਗਾਈ ਕਿਸ ਦੀ, ਜਰਮੇਨੀਆ। ਕਲੀਅਰ, ਜਿਵੇਂ ਇੰਡੀਆ ਦੀ ਭਾਰਤ ਮਾਤਾ, ਇਹਨਾਂ ਦੀ ਜਰਮੇਨੀਆ। ਤੇ ਐਂਡ ਦੇ ਸਟਾਰਟ ਰਾਈਟਿੰਗ देयर ਕਨਸਟੀਟਿਊਸ਼ਨ। ਕਲੀਅਰ। ਤਾਂ ਹੁਣ ਜਰਮਨਸ ਡਿਸਾਈਡ ਕਰ ਰਹੇ ਨੇ ਕਿ ਅਸੀਂ 831 ਕਹਿਣ ਜਰਮਨ ਦੇ ਰਿਪਰੈਜ਼ੈਂਟੇਟਿਵਸ, ਤੇ ਆਪਾਂ ਪਾਰਲੀਮੈਂਟ ਕਿੱਥੇ ਬਣਾਵਾਂਗੇ, ਫ੍ਰੈਂਕਫਰਟ। ਤੇ ਆਪਾਂ ਕਿਆ ਲਿਖਾਂਗੇ, ਆਪਣਾ ਕਨਸਟੀਟਿਊਸ਼ਨ। ਤਾਂ ਕਨਸਟੀਟਿਊਸ਼ਨ ਇਹਨਾਂ ਨੇ ਬਣਾਇਆ, ਤਾਂ ਆਬਵੀਅਸਲੀ ਕਨਸਟੀਟਿਊਸ਼ਨ ਨੂੰ ਕਿਆ ਚਾਹੀਦੀ ਹੁੰਦੀ ਹੈ, ਇੱਕ ਵੈਲੀਡੇਸ਼ਨ। ਕਲੀਅਰ। ਤਾਂ ਉਸ ਟਾਈਮ ਤੇ ਜੋ ਪੂਰਾ ਯੂਰਪੀਅਨ ਐਮਪਾਇਰ ਸੀਗਾ ਉਹਦੇ ਉੱਤੇ ਮੈਕਸਿਮਮ ਰੂਲ ਕਿਹਦਾ ਸੀ, ਰਸ਼ੀਆ। ਠੀਕ ਹੈ, ਤਾਂ ਇਹ ਵੈਲੀਡੇਸ਼ਨ ਲੈਣ ਦੇ ਲਈ ਕਿਹਦੇ ਕੋਲ ਗਏ, ਰਸ਼ੀਆ ਦੇ ਕੋਲ। ਠੀਕ ਹੈ, ਤਾਂ ਜੋ ਪ੍ਰਸ਼ੀਅਨ ਕਿੰਗ ਸੀ ਫੈਡਰਿਕ ਵਿਲੀਅਮ, ਤਾਂ ਉਸਨੂੰ ਲੱਗਿਆ ਕਿ ਅਗਰ ਮੈਂ ਇਹਨਾਂ ਦਾ ਕਨਸਟੀਟਿਊਸ਼ਨ ਵੈਲੀਡੇਟ ਕਰਤਾ ਤਾਂ ਜਿੰਨਾ ਬਾਕੀ ਯੂਰਪੀਅਨ ਆਰਡਰ ਹੈ ਉਹ ਸਭੀ ਇਸ ਚੀਜ਼ ਦੀ ਡਿਮਾਂਡ ਕਰਨੀ ਸਟਾਰਟ ਕਰ ਦੇਣਗੇ। तो इनिशियली प्रशिया रिजेक्टेड देयर कॉन्स्टिट्यूशन। जो 831 बंदे उत्थे गए सी उन्होंने उत्थों दी भजाता। ठीक है, क्लियर। उस तो बाद वुमेन्स ने, चिल्ड्रंस ने, सभी ने इकट्ठे होके जो जर्मन दे सी इन्होंने रेवोल्यूशन करना स्टार्ट करता। उस तो बाद प्रशियन किंग दोबारा एग्री होया ते किसकी ड्यूटी लगाई, बिस्मार्क। किसकी ड्यूटी लगी, ऑटोवन बिस्मार्क। ਤਾਂ ਆਪਾਂ ਇਸ ਨੂੰ ਹੀ ਬੋਲਦੇ ਆ ਆਰਕੀਟੈਕਟ ਆਫ ਜਰਮਨ ਯੂਨੀਫਿਕੇਸ਼ਨ। ਕਲੀਅਰ। ਤਾਂ ਹੁਣ ਇਹਦੇ ਅੱਗੇ ਚੈਲੰਜਸ ਕਿਆ ਕਿਆ ਸੀ ਬਿਸਮਾਰਕ ਦੇ ਅੱਗੇ, डेनमार्क, ऑस्ट्रिया एंड फ्रांस। डेनमार्क ने क्या बनाया, एक प्यादा अपना। ठीक है, और ऑस्ट्रिया विक्टम और फ्रांस रिसीव्ड। क्लियर। हुण बिस्मार्क दे अगे सब तो बड़ा चैलेंज क्या सीगा, इनिशियली ऑस्ट्रिया।
कि वो ऑस्ट्रिया ਨੂੰ ਕਿੱਦਾਂ ਪਿੱਛੇ ਕਰੇ, क्योंकि ऑस्ट्रिया वाज वेरी पावरफुल एट दैट टाइम, ठीक है, जो यूनिफिकेशन का सारा प्रोसेस स्टार्ट करना सीगा। तो टोटल बिस्मार्क ने 3 लड़ाइयां लड़ियां और इसको 7 साल लगे टू कंप्लीट द जर्मन यूनिफिकेशन। हुन देखो राजे, एक सी लंदन एग्रीमेंट। लंदन एग्रीमेंट दे विच दो टैरेटरी सी, हॉलस्टाइन और शेल्सविग। हॉलस्टाइन और शेल्सविग, ये दोनों टैरेटरीज किस दी प्रोटेक्शन दे अंडर सी? डेनमार्क। क्लियर? लंदन एग्रीमेंट सीगा, ये दोनों टैरेटरी सीगियां हॉलस्टाइन और शेल्सविग, ये किस दी प्रोटेक्शन दे अंडर सी? डेनमार्क। तो भाई उस तो बाद जो बिस्मार्क सी, बिस्मार्क डेनमार्क दे कोल गया, तो उसने उसनू कहा कि तू इन्हां दोनों टैरेटरीज नू कैप्चर कर ले, वैसे भी तू प्रोटेक्ट कर रहे हैं, अगर कैप्चर कर लेगा कल नू कोई भी गल हुंदी है जो है अपनी प्रशियन आर्मी विल सपोर्ट यू। समझ लगी गल? और उस टाइम सब तो पावरफुल कौन सी? ऑस्ट्रिया, ठीक है। उस तो बाद डेनमार्क ने ब्लंडर किया, डेनमार्क कॉन्कर्ड हॉलस्टाइन और शेल्सविग, क्योंकि डेनमार्क नू सपोर्ट करने नू किसने कहा सी? बिस्मार्क ने। ਹੁਣ ਜਦੋਂ ਡੈਨਮਾर्क ने दोनों टेरिटरीज ਨੂੰ कैप्चर कर लिया, then बिस्मार्क went to ऑस्ट्रिया, ठीक है, बिस्मार्क गया ऑस्ट्रिया ਦੇ ਕੋਲ एंड सेड कि ਤੁਹਾਨੂੰ जो यूरोपियन यूनियन ਦਾ ਤੂੰ ਕਿੰਗ ਬਣਾ ਕੇ ਰੱਖਿਆ ਹੋਇਆ ਉਸ ਦਾ ਕੋਈ ਫਾਇਦਾ ਨਹੀਂ ਹੈ ਕਿ ਤੁਹਾਡੀ ਹੁੰਦੇ ਹੋਏ ਡੈਨਮਾर्क ਨੇ ਦੋਨੋਂ टेरिटरीज ਨੂੰ कैप्चर कर लिया। एंड बेसिकली बिस्मार्क प्रोवोक्ड ऑस्ट्रिया अगेंस्ट डेनमार्क, ठीक है। तो उस तो बाद ऑस्ट्रिया पूरा प्रवोक हो गया एंड ऑस्ट्रिया डिसाइडेड टू अटैक डेनमार्क, ठीक है। तो बेसिकली रशिया प्लस ऑस्ट्रिया वर्सेस डेनमार्क, ठीक है। और डेनमार्क नू पता भी नहीं लग गया कि ये मैनू मार क्यों रहे, क्योंकि बेसिकली बिस्मार्क वन द वन, ठीक है, जिसने उसको प्रवोक करया। देन बिस्मार्क वेंट टू ऑस्ट्रिया एंड अगेन प्रवोक्ड हिम। हुण बिस्मार्क ते ऑस्ट्रिया दोनों ने इकट्ठे होकर किसनु डिफीट करता? डेनमार्क। ता हुण डेनमार्क बाहर, हुण पीछे कौन बचया? ऑस्ट्रिया। हुण प्रशियन आर्मी ते ऑस्ट्रियन आर्मी दोनों इकट्ठी लड़ाई लड़ रही सी, ठीक है। वेयर बिस्मार्क ने देखा इन्हां दी स्ट्रेंथ और वीकनेस, ठीक है, कि कितने कितने ऑस्ट्रियन आर्मी की स्ट्रेंथ ज्यादा है, कितने कितने ये वीक ने। उस तो पहला क्या होया सीगा कि दो टेरिटरी सी हॉलस्टाइन और शेल्सविग। हाँ, हॉलस्टाइन किने रख ली? बिस्मार्क ने, और शेल्सविग किने रख ली? ऑस्ट्रिया ने। क्लियर? तब बिस्मार्क ने इन्हां दी आर्मी की स्ट्रेंथ और वीकनेस सारी देख ली। उस तो बाद क्या किया कि बिस्मार्क स्टार्टेड प्रोवोक्ड ऑस्ट्रिया, बट बिस्मार्क में खतरा सी कि इस समय किंग कौन सी? नेपोलियन 3। फ्रांस का किंग कौन सी? नेपोलियन 3। तब बिस्मार्क ने नेपोलियन 3 ਨੂੰ ਪ੍ਰੋਮਿਸਿਸ ਕਰਦੇ कि मैं तेन जो भी तेन चाहिए होएगा आई विल गिव यू, जो भी तेन गिफ्ट चाहिए ने मैं तेन सारा कुछ दे दूंगा, ठीक है। तो नेपोलियन ने एक लैटर लिख के भेजता कि मैनू आह सारी चीज़ां चाहिए ने। क्लियर? तब बिस्मार्क प्रॉमिस्ड हिम कि भाई मैं तेन सारा कुछ दे दूंगा, बट अगर मेरी ऑस्ट्रिया के नाल लड़ाई हो रही है तो विच इंटरफेयर नहीं करेगा। तो फ्रांस इस गल के नाल एग्रीड हो गया। उस तो बाद क्या किया कि बिस्मार्क ने ऑस्ट्रिया को प्रवोक करना स्टार्ट करता एंड देन ऑस्ट्रिया अटैक्ड रशिया, ठीक है। उस तो बाद इसने ऑस्ट्रिया को बहुत ईजिली डिफीट करता। तो ऑलमोस्ट फर्स्ट फेज ऑफ द यूनिफिकेशन उरे खत्म हो गया। हुण पिछे कौन बचिया सी? फ्रांस। हुण फ्रांस नू बिस्मार्क ने काफ़ी ज़्यादा प्रोमिस करे सी नेपोलियन 3 नू गिफ्ट वगैरह का, है ना। तो बिस्मार्क ने कुछ पूरा नहीं किया। तो नेपोलियन ने बिस्मार्क नू दोबारा तो लैटर लिखने स्टार्ट करते थे, अपनी डिमांड्स लिखनी शुरू करती।
ਡਿਮਾਂਡ ਕੀ ਲਿਖ ਰਿਹਾ ਸੀ ਕਿ ਮੈਨੂੰ ਆਹ ਦੋ ਟੈਰੀਟਰੀਜ਼ ਚਾਹੀਦੀਆਂ ਨੇ, ਠੀਕ ਹੈ, ਵਿਚ ਵਾਸ ਅੰਡਰ ਦੀ ਬ੍ਰਿਟੇਨ। तो कुछ टेरिटरीज चाहिए ने जो किसी यूरोपियन एम्पायर के अंडर थी। तब बिस्मार्क ने क्या किया, बिस्मार्क ने वो लिस्ट रखी, जाके यूरोपियन काउंसिल ਦੇ ਵਿੱਚ ਦਿਖਾਤੀ ਕਿ ਨੈਪੋਲੀਅਨ ਮੇਰੇ ਤੋਂ ਇਹ ਸਾਰੇ ਚੀਜ਼ਾਂ ਮੰਗ ਰਿਹਾ ਹੈ, ਹਾਊ ਕੈਨ ਆਈ ਗਿਵ ਹਿਮ, ਹਨਾ ਮੈਂ ਕਿਵੇਂ ਦੇ ਸਕਦਾ ਤੁਹਾਡੇ ਨਾਲ ਲੜਾਈ ਕਰਕੇ, ਬੇਸਿਕਲੀ ਉਹ ਮੈਨੂੰ ਪ੍ਰਵੋਕ ਕਰ, ਠੀਕ ਹੈ। ਤਾਂ ਇਸ ਤਰ੍ਹਾਂ ਉਸਨੇ ਨੈਪੋਲੀਅਨ ਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰੀ। ਉਸ ਤੋਂ ਬਾਅਦ ਇੱਕ ਮੇਨ ਫਾਈਨਲ ਐਪੀਸੋਡ ਹੁੰਦਾ ਹੈ, ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਆਪਣੇ ਅੰਬੈਸਡਰਸ ਹੁੰਦੇ ਨੇ, ਜਿਵੇਂ ਇੰਡੀਅਨ ਅੰਬੈਸਡਰ ਯੂਐਸ ਦੇ ਵਿੱਚ ਬੈਠੇ ਨੇ, यूएस ਦੇ ਐਮਬੈਸਡਰ ਬੰਗਲਾਦੇਸ਼ ਦੇ ਵਿੱਚ ਬੈਠੇ ਨੇ। ਫੋਰ ਐਗਜ਼ਾਮਪਲ ਕਿ ਯੂਐਸ ਦੇ ਐਮਬੈਸਡਰਸ ਨੂੰ ਬੰਗਲਾਦੇਸ਼ ਦੇ ਵਿੱਚ ਕੁਝ ਪੁੱਛੇ ਤਾਂ ਯੂਐਸ ਕੀ ਕਰੂਗਾ, ਅਗਲੇ ਦਿਨ ਬੰਗਲਾਦੇਸ਼ ਨੂੰ ਮੈਪ ਤੋਂ ਖਤਮ ਕਰ ਦੇਗਾ, ਹਨਾ। ਤਾਂ ਇਨੀਸ਼ੀਅਲੀ ਇਦਾਂ ਹੀ ਜੋ ਫਰਾਂਸ ਦੇ ਐਮਬੈਸਡਰ ਸੀ ਉਹ ਰਸ਼ੀਆ ਦੇ ਵਿੱਚ ਬੈਠੇ ਸੀ, ਤਾਂ ਨੈਪੋਲੀਅਨ ਆਪਣਾ ਬਿਸਮਾਰਕ ਨੇ ਇੱਕ ਅਫਵਾਹ ਉਡਵਾਤੀ ਕਿ ਜਿਹੜੇ ਫਰਾਂਸ ਦੇ ਐਮਬੈਸਡਰਸ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ। ਕਲੀਅਰ। ਤਾਂ ਜੋ ਨੈਪੋਲੀਅਨ 3 ਸੀ ਉਹ पूरी तरह प्रवोक हो गया, तो उसने फिर ब्लंडर करता, उसने रशिया के ऊपर अटैक करता। और जो बाकी सारी यूरोपियन काउंसिल थी वो ऑलरेडी नैपोलीਅन ਦੇ ਅਗੇਂस्ट ਸੀ। ਤਾਂ ਫਾਈਨਲ ਬੈਟਲ ਹੁੰਦੀ ਹੈ ਜਿਹਦੇ ਵਿੱਚ ਨੈਪੋਲੀਅਨ ਨੂੰ ਮਾਰ ਦਿੱਤਾ ਜਾਂਦਾ ਹੈ ਐਂਡ ਦਾ ਯੂਨੀਫਿਕੇਸ਼ਨ ਆਫ ਜਰਮਨੀ ਇਜ਼ ਕੰਪਲੀਟਲੀ ਕਲੀਅਰ। ਤਾਂ ਇਸ ਤਰ੍ਹਾਂ ਉਸਨੇ ਇਹਨਾਂ ਤਿੰਨਾਂ ਨੂੰ ਸਾਈਡਲਾਈਨ ਕਰਿਆ ਤੇ ਇਸ ਦੀ ਯੂਨੀਫਿਕੇਸ਼ਨ ਕੰਪਲੀਟ ਹੋਈ। जर्मन का केस वही 831 elected representative drafted a constitution for German headed by monarch subject to parliament। किधे कोल गए फ्रेडरिक विलियम दे कोल किंग ऑफ रशिया बट ही रिजेक्टेड। उस तो बाद कौन आया, बिस्मार्क। as Bismarck was clear about the objective that war with Austria is necessity for German unification, so he started taking steps to fulfill his objective। ठीक है, तो उसने थोड़े पहले इकोनॉमी स्ट्रेंथन करने की कोशिश की थी, इंपीरियल बैंक, स्टेट सोशलिज्म, इंफ्रास्ट्रक्चर और प्रोडक्शन। ਇਹ ਜੋ ਆਪਾਂ ਚੀਜ਼ ਕੀਤੀ ਹੈ ਨਾ ਵਿਚ ਵਾਸ ਅੰਡਰ ਦੀ ਪਾਲਿਸੀ ਆਫ ਐਂਟਰਪ੍ਰੀਨਰਸ਼ਿਪ, ਜਿਹਦੇ ਵਿੱਚ ਡੈਨਮਾਰਕ ਪੌਨ, ਆਸਟਰੀਆ ਵਿਕਟਮ ਔਰ ਫ੍ਰਾਂਸ ਰਿਸੀਵ। ਬਾਈ ਲੰਡਨ ਐਗਰੀਮੈਂਟ ਹੋਲਸਟਾਈਨ ਐਂਡ ਸ਼ੈਲਜ਼ਵਿਗ ਵਾਸ ਅੰਡਰ ਦੀ ਪ੍ਰੋਟੈਕਸ਼ਨ ਆਫ ਡੈਨਮਾਰਕ। later on Denmark violated the agreement and incorporated both the territories। this led to the combined attack of Prussia and Austria। ठीक है, Denmark defeated। outcome during war Bismarck got idea of strength and weakness of Austrian army। ਉਸ ਤੋਂ ਬਾਅਦ ਗੈਂਸਟਨ ਐਗਰੀਮੈਂਟ ਹੋਇਆ ਸੀ ਜਿਹਦੇ ਵਿੱਚ ਕੀ ਡਿਸਾਈਡ ਕੀਤਾ ਸੀ ਕਿ ਪ੍ਰਸ਼ੀਆ ਕੌਣ ਕਿਆ ਰੱਖੇਗਾ, ਹੋਲਸਟਾਈਨ ਔਰ ਆਸਟਰੀਆ ਸ਼ੈਲਜ਼ਵਿਗ। ਆਫਟਰ ਦਿਸ ਬਿਸਮਾਰਕ ਟੁਕ ਨੈਕਸਟ ਸਟੈਪ when he aligned Austria from its allies and promised big gifts to Napoleon। after this he provoked Austria when he breached Genshin agreement, battle of Sadova। clear, this completed the first phase of German unification। ਉਸ ਤੋਂ ਬਾਅਦ Napoleon III committed mistake of giving his demands in writing to Bismarck। Bismarck showed this letter to the concerned parties in Europe, which initiated the European community, and Napoleon was left out by his allies। Bismarck took advantage of this situation when he provoked Napoleon III। है ना, bandit episode ਜਿਹਦੇ ਵਿੱਚ ਮੈਂ ambassadors ਵਾਲੀ ਗੱਲ ਦੱਸੀ ਹੈ। French ambassadors in Prussia। ਉਸ ਤੋਂ ਬਾਅਦ France was defeated in the battle of Sedan। German unification completed। achievements of Bismarck in Europe, and Europe never know the real intentions of Bismarck and when they understood German was a nation। clear। ਉਸ ਤੋਂ ਬਾਅਦ ਪ੍ਰਸ਼ੀਆ took the leadership ਤੇ ਕਿੰਗ ਕੌਣ ਬਣਿਆ ਆਪਣਾ, ਕੇਸਰ ਵਿਲੀਅਮ वन, हॉल ऑफ मिरर, वो सारी चीजें है ना। टोटल 3 wars है बेटा, 3 wars over 7 years completed the German unification। clear। ਉਸ ਤੋਂ ਬਾਅਦ ਇਟਲੀ ਦੀ ਕੁਝ ਖਾਸ ਕਹਾਣੀ ਨਹੀਂ ਹੈ, ਇਹ ਬਹੁਤ ਸਿੰਪਲ ਜਿਹੀ ਹੈ। ਇਟਲੀ ਵਿੱਚ ਟੋਟਲ ਸਿੰਪਲ 7 ਸਟੇਟਸ ਹੁੰਦੀਆਂ ਸੀਗੀਆਂ। ਠੀਕ ਹੈ, ਤਾਂ ਸਾਊਥ ਦੇ ਵਿੱਚ ਕੌਣ ਰੂਲ ਕਰ ਰਿਹਾ ਸੀ, ਬੋਰਬਨ ਡਾਇਨੈਸਟੀ। ਨਾਰਥ ਦੇ ਵਿੱਚ ਕੌਣ ਸੀ, ਆਸਟਰੀਆ। ਤਾਂ ਸੈਂਟਰ ਦੇ ਵਿੱਚ ਕੌਣ ਸੀ, ਪੋਪ। ਔਰ ਜੋ ਸਾਰਦਿਆ ਪੀਡਮੌਂਟ ਵਾਲਾ ਰੀਜਨ ਆ ਉਹ ਇਟਲੀ ਖੁਦ ਰੂਲ ਕਰਦੇ ਸੀ। ਤਾਂ ਮੇਨ ਕਿਸ ਚੀਜ਼ ਦੀ ਸੀ, ਆਸਟਰੀਆ ਦੀ। ਠੀਕ ਹੈ, ਤਾਂ ਉਹਦਾ ਕੌਣ ਸੀਗਾ ਆਰਕੀਟੈਕਟ ਜਰਮਨ ਯੂਨੀਫਿਕੇਸ਼ਨ ਦਾ, ਬਿਸਮਾਰਕ। ਉਹਦਾ ਕੌਣ ਹੈ ਆਪਣਾ, ਉਹਦਾ ਹੈਗਾ ਆਪਣਾ ਕੈਵਨ। ਹੁਣ ਜਿਵੇਂ ਆਪਾਂ ਮੈਜ਼ਨੀ ਦੇ ਪਿੱਛੇ ਪੜ ਕੇ ਹਟੇ ਸੀਗੇ ਯੰਗ ਇਟਲੀ ਮੂਵਮੈਂਟ ਹੈ ਨਾ, ਉਸਨੇ ਉਹਦੇ ਬਹੁਤ ਬੜਾ ਰੋਲ ਪਲੇ ਕੀਤਾ ਸੀਗਾ। ਹੁਣ ਆਪਾਂ ਇਸ ਦੇ ਵਿੱਚ ਕਿਸ ਚੀਜ਼ ਯਾਦ ਰੱਖਣੀ ਹੈ, ਇੱਕ ਤਾਂ ਕੈਬਰ ਦਾ ਨਾਮ ਯਾਦ ਰੱਖਣਾ, ਇੱਕ ਗੈਰੀਬਾਲਡੀ। ਇਹ ਦੋਨਾਂ ਦਾ ਨੇਮ ਇੰਪੋਰਟੈਂਟ ਹੈ ਇਟਲੀ ਯੂਨੀਫਿਕੇਸ਼ਨ ਦੇ ਵਿੱਚ। ਹੁਣ ਕਿੰਗ ਕੌਣ ਸੀ, ਵਿਕਟਰ ਇਮੈਨੂਅਲ।
क्लियर। इन्हें की किया अलायंस विद फ्रांस एंड अटैक्ड ऑस्ट्रिया। इस जगह तो ऑस्ट्रिया खत्म हो गया। सार्डिनिया पीडमॉन्ट वाला रीजन था इटालियंस ਦੇ ਕੋਲ ਹੀ ਸੀ ਆਲਰੇਡੀ। ਤਾਂ ਬੱਚਾ ਕੌਣ ਆਪਣਾ ਸਪੇਨ। ਇੱਕ ਨਾ ਲੋਕਲ ਗੁੰਡਾ ਸੀ ਜਿਹਦਾ ਨਾਮ ਕਿਆ ਸੀ ਗੈਰੀਬਲਡੀ। ਇਹਦੇ ਨਾਲ ਇੱਕ ਆਰਮੀ ਹੁੰਦੀ ਸੀ, ਆਰਮੀ ਨੂੰ ਕੀ ਬੋਲਦੇ ਸੀ ਰੈੱਡ ਸ਼ਰਟ ਆਰਮੀ। ਠੀਕ ਹੈ, ਕੈਵਰ ਨੇ ਇਹਦੀ ਹੈਲਪ ਦੇ ਨਾਲ ਹੀ ਜੋ ਉੱਪਰ ਵਾਲਾ ਰੀਜਨ ਸੀ ਉਹ ਕੰਟਰੋਲ ਦੇ ਵਿੱਚ ਕਰ ਲਿਆ। ਔਰ ਸੈਂਟਰ ਦੇ ਵਿੱਚ ਕੌਣ ਰੂਲ ਕਰ ਰਿਹਾ ਸੀ ਪੋਪ। ਠੀਕ ਹੈ, ਤਾਂ ਪੋਪ ਨਾਲ ਇਹਨਾਂ ਨੇ ਐਗਰੀਮੈਂਟ ਸਾਈਨ ਕਰ ਲਿਆ ਔਰ ਉਹ ਇਟਲੀ ਯੂਨੀਫਿਕੇਸ਼ਨ ਦੇ ਲਈ ਬਣ ਗਈ। ਠੀਕ ਹੈ, ਤਾਂ ਇਹ ਆਪਣੀ ਕਿਆ ਸੀ ਸਾਰੀ ਇਟਾਲੀਅਨ ਯੂਨੀਫਿਕੇਸ਼ਨ। ਸਿੰਪਲ ਹੈ, ਕੁਝ ਵੀ ਨਹੀਂ ਹੈ ਇਹਦੇ ਵਿੱਚ। 7 ਸਟੇਟ ਸੀਗੀਆਂ, ਚਾरों डायरेक्शंस ਦਿੱਤੀਆਂ ਹੋਈਆਂ ਨੇ ਕੌਣ ਕੌਣ ਰੂਲ ਕਰ ਰਿਹਾ ਸੀ। ਤਾਂ ਇੱਕ ਮੈਜ਼ੀਨੀ ਦੀ ਯੰਗ ਇਟਲੀ ਯਾਦ ਰੱਖਣੀ ਹੈ। ਉਸ ਤੋਂ ਬਾਅਦ ਆਪਣਾ ਕੇਵਰ ਯਾਦ ਰੱਖਣਾ ਹੈ, ਆਰਕੀਟੈਕਟ ਆਫ ਇਟਾਲੀਅਨ ਯੂਨੀਫਿਕੇਸ਼ਨ। ਕਿੰਗ ਕੌਣ ਸੀ ਵਿਕਟਰ ਇਮੈਨੂਅਲ II। और गैरीबल्डी ਸੀ ਉੱਥੇ ਦਾ ਇੱਕ ਲੋਕਲ ਗੁੰਡਾ ਟਾਈਪਸ ਹੈ ਨਾ, ਜੋ ਜਿਹਦੀ ਆਰਮੀ ਸੀ ਫੇਮਸ ਰੈੱਡ ਸ਼ਰਟਸ ਆਰਮੀ। ਰੈੱਡ ਸ਼ਰਟਸ ਦਾ ਨਾਮ याद रखना। क्लियर। ਹੁਣ एक बार देख लो राजे 2 मिनट लगा के, जो कोई डाउट आ रहा था पूछ लो। मतलब पीसीएस से लिए हो इस तो डीप नहीं जाएंगे, गो थ्रू दिस नोट्स ओनली। इस तो अलावा कुछ और करने की लोड़ नहीं है ਤੁਹਾਨੂੰ। जो हान गॉटफ्राइड कैरोल करपिंस्की है ना, इन्होंने कॉन्सैप्ट्स याद रखने ने जो जो ਆਪਾਂ ਵਿੱਚ ਨਾਮ ਕੀਤੇ ਨੇ। ਮੈਜ਼ਰੀਨ ਇੰਪੋਰਟੈਂਟ ਹੈ। और फाइनली एंड ਦੇ ਵਿੱਚ एक कुछ डाटा ਦਿੱਤਾ ਹੋਇਆ ਜਰਮਨ यूनिफिकेशन ਦਾ है ना, कुछ डेट्स ने। उस तो बाद सेम इटली का ਦਿੱਤਾ ਹੋਇਆ। ठीक है, ये एक बार गो थ्रू हो गया। चलो ठीक है राजे, नेक्स्ट इवेंट अपना क्या आंदा है रशियन रेवोल्यूशन। उन कुछ ਦਿੱਤਾ होना इवेंट्स ड्यूरिंग एंड आफ्टर द वॉर है ना। बेसिकली वर्ल्ड वॉर 1 ਦਾ ਟਾਈਮ ਦੇ ਵਿੱਚ ਇਹ ਤਿੰਨ ਇਵੈਂਟਸ ਹੋਏ ਸੀ। ਤਾਂ ਲੀਗ ਆਫ ਨੇਸ਼ਨ ਬਣੀ ਸੀ, ਰਸ਼ੀਅਨ ਰੈਵੋਲੂਸ਼ਨ ਐਂਡ ਟ੍ਰੀਟੀ ਆਫ ਵਰਸਲੀਜ਼, ਜਿਹਨੂੰ ਮੇਜਰ ਕਾਜ਼ ਮੰਨਿਆ ਜਾਂਦਾ ਹੈ वर्ल्ड वॉर 2 ਦਾ। ਹੁਣ ਬੇਸਿਕਲੀ ਜੋ ਰਸ਼ੀਅਨ ਰੈਵੋਲੂਸ਼ਨ ਸੀ ਉਹ ਕਿਸ ਦੇ ਅਗੇਂਸਟ ਸੀ ਕੈਪੀਟਲਿਜ਼ਮ ਦੇ। ਹੁਣ ਪਹਿਲਾਂ क्या ਹੋਇਆ ਸੀ, ਇਸ ਤੋਂ ਪਹਿਲਾਂ ਆਪਣਾ ਆ ਕੇ ਰੱਖਿਆ ਸੀਗਾ ਇੰਡਸਟਰੀਅਲ ਰੈਵੋਲੂਸ਼ਨ। ਕਲੀਅਰ। ਤਾਂ ਇੰਡਸਟਰੀਅਲ ਰੈਵੋਲੂਸ਼ਨ ਦਾ ਰਸ਼ੀਆ ਦੇ ਉੱਪਰ ਕੀ ਇੰਪੈਕਟ ਪਿਆ ਸੀ। ਹੁਣ ਫॉर एग्जांपल ਇਹ ਹੈ ਆਪਣਾ विलेज, ये है अपनी कोई सिटी। ठीक है, या कोई नवी सिटी बन रही है, पूरे क्या लग रही है किसी भी तरह की कोई नवी इंडस्ट्री। ठीक है, जिवें विलेज ਦੇ ਵਿੱਚ ਆਪਾਂ ਕੀ ਦੇਖਿਆ ਸੀ ਕਿ ਮੈਕਸਿਮਮ ਪੂਰੇ क्या ਹੁੰਦਾ ਸੀ ਆਪਣਾ
फ्यूडलिज्म, ठीक है। ਤਾਂ ਜੋ ਸੀ ਆਪਣੇ ਪੀਜ਼ੈਂਟਸ ਜਾਂ ਫਾਰਮਰਸ ਉਹ ਕੁਝ ਜ਼ਿਆਦਾ ਕੁਝ ਨਹੀਂ ਸੀ। ਜਿਵੇਂ ਸ਼ਹਿਰ ਦੇ ਵਿੱਚ ਇੰਡਸਟਰੀਜ਼ ਲੱਗਣੀ ਸਟਾਰਟ ਹੋਈ ਤਾਂ ਉਹਨਾਂ ਨੇ ਉੱਥੇ ਕਿਆ ਹੋਣੀ ਸਟਾਰਟ ਹੋ ਗਈ, ਮਾਈਗ੍ਰੇਸ਼ਨ। ਕਲੀਅਰ, ਯਾਨੀ ਕਿ ਮੰਨ ਲਓ ਇੱਕ ਇੰਡਸਟਰੀ ਦੇ ਵਿੱਚ ਕਿਸੇ ਤਰ੍ਹਾਂ ਦੀਆਂ 100 ਤਰ੍ਹਾਂ ਦੀਆਂ ਨੌਕਰੀਆਂ ਨਿਕਲੀਆਂ ਨੇ, ਠੀਕ ਹੈ, ਬਟ ਮਾਈਗ੍ਰੇਟ ਹੋ ਕੇ ਬੰਦੇ ਕਿੰਨੇ ਜਾ ਰਹੇ ਨੇ, 1000। ਤਾਂ ਓਬਵੀਅਸਲੀ ਇਸ ਕਾਰਨ ਕਿਆ ਹੋਏਗੀ, ਐਕਸਪਲੋਇਟੇਸ਼ਨ। ਇਹਨਾਂ ਦੀ ਕਿਆ ਹੋਏਗੀ, ਐਕਸਪਲੋਇਟੇਸ਼ਨ। ਜਿਸ ਤਰ੍ਹਾਂ ਕਿ ਇਹਨਾਂ ਦੇ ਜੋ ਵੀ ਹੁੰਦੇ ਸੀ ਆਪਣੇ ਵਰਕਿੰਗ ਆਵਰਸ, ਉਹ ਕਿੰਨੇ ਹੁੰਦੇ ਸੀਗੇ, 14 ਤੋਂ 18 ਘੰਟੇ। ਕਲੀਅਰ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰ ਸੈਨੀਟੇਸ਼ਨ ਜਾਂ ਹਾਊਸਿੰਗ ਫੈਸਿਲਿਟੀ ਨਹੀਂ ਸੀ। ਤਾਂ ਇੰਡਸਟਰੀਅਲ ਰੈਵੋਲੂਸ਼ਨ ਦਾ ਇੰਪੈਕਟ ਕਿਆ ਪਿਆ ਕਿ ਇਟ ਬ੍ਰਿੰਗ ਮੈਨ ਵੂਮਨ ਚਿਲਡਰਨ ਆਊਟ ਆਫ ਦੀ ਵਿਲੇਜ, ਠੀਕ ਹੈ, ਜਿਹਦੇ ਨਾਲ ਕਿਸ ਦੀ ਪ੍ਰੋਬਲਮ ਆਈ, ਹਾਊਸਿੰਗ ਐਂਡ ਸੈਨੀਟੇਸ਼ਨ, ਠੀਕ ਹੈ, ਐਂਡ ਦੇ ਹੈਵ ਟੂ ਲਿਵ ਔਨ ਦੀ ਰੋਡ ਸਾਈਡ, ਠੀਕ ਹੈ, ਤੇ ਉਹਨਾਂ ਨੂੰ ਬਾਹਰ ਹੀ ਰਹਿਣਾ ਪੈਂਦਾ ਸੀ। ਹੁਣ ਜੋ ਇੱਕ ਕੈਪੀਟਲਿਸਟ ਹੁੰਦਾ ਹੈ ਉਸਦਾ ਮੇਨ ਮੋਟਿਵ ਕਿਆ ਹੁੰਦਾ ਹੈ, ਹਮੇਸ਼ਾ ਤੋਂ ਪ੍ਰੋਫਿਟ। ਉਸਦਾ ਮੋਟਿਵ ਕਿਆ ਹੈ, ਪ੍ਰੋਫਿਟ। ਤਾਂ ਜੋ ਰੈਵੋਲੂਸ਼ਨ ਸੀ, ਹੁਣ ਜਿੰਨੇ ਵੀ ਵਰਕਰਸ ਨੇ ਬੇਸਿਕਲੀ ਇਹਨਾਂ ਦੀ ਕਿਸ ਨੂੰ ਲੈ ਕੇ ਸੀ, ਡਿਮਾਂਡਸ ਨੂੰ ਲੈ ਕੇ। ਕਲੀਅਰ, ਯਾਨੀ ਕਿ ਇਹਨਾਂ ਨੂੰ ਪ੍ਰੋਪਰ ਵਰਕਿੰਗ ਫੈਸਿਲਿਟੀਜ਼ ਦਿੱਤੀਆਂ ਜਾਣ, ਪ੍ਰੋਪਰ ਵਰਕਿੰਗ ਆਵਰਸ ਹੋਣ, ਪ੍ਰੋਪਰ ਸੈਲਰੀਜ਼ ਹੋਏ, ਸਾਰਾ ਕੁਝ ਪ੍ਰੋਪਰ ਡਿਫਾਈਨ ਇਹਨਾਂ ਦਾ ਹੋਏ। ਤਾਂ ਹੁਣ ਕੈਪੀਟਲਿਸਟ ਕਲਾਸ ਕਿਆ ਹੁੰਦੀ ਹੈ, ਬਿਜ਼ਨਸਮੈਨ। ਹੁਣ ਜਿਵੇਂ ਆਪਾਂ ਪੜ੍ਹਿਆ ਕਿ ਅਮਰੀਕਨ ਰੈਵੋਲੂਸ਼ਨ ਦੇ ਵਿੱਚ ਮੇਨ ਰੋਲ ਕਿਹਨੇ ਪਲੇ ਕੀਤਾ, ਸੈਮੂਅਲ ਐਡਮ ਨੇ, ਹੈ ਨਾ। ਫ੍ਰੈਂਚ ਦੇ ਵਿੱਚ ਨੈਪੋਲੀਅਨ ਨੇ, ਤਾਂ ਰਸ਼ੀਅਨ ਦਾ ਕੌਣ ਹੈ ਆਪਣਾ, ਲੈਨਿਨ। ਰਸ਼ੀਅਨ ਰੈਵੋਲੂਸ਼ਨ ਦਾ ਹੀਰੋ ਕੌਣ, ਕਿਹਨੂੰ ਕਹਿੰਦੇ ਆਪਾਂ, ਲੈਨਿਨ। ਲੈਨਿਨ ਨੂੰ ਕੌਣ ਫੋਲੋ ਕਰਦਾ ਸੀ, ਭਗਤ ਸਿੰਘ, ਹੈ ਨਾ। ਤੇ ਭਗਤ ਸਿੰਘ ਨੇ ਕੀ ਕਿਹਾ ਸੀ ਕਿ ਅਗਰ ਇੰਡੀਆ ਨੂੰ ਇਦਾਂ ਇੰਡੀਪੈਂਡੈਂਸ ਮਿਲੀ ਤਾਂ ਅਮੀਰ ਹੋਰ ਅਮੀਰ ਹੋ ਜਾਏਗਾ, ਗਰੀਬ ਹੋਰ ਗਰੀਬ ਹੋ ਜਾਏਗਾ, ਕਿਉਂਕਿ ਇੰਡੀਆ ਬ੍ਰਿਟੇਨ ਦੇ ਹੁੰਦੇ ਹੀ ਇੱਕ ਕੈਪੀਟਲਿਸਟ ਕਲਾਸ ਬਣ ਚੁੱਕਿਆ ਸੀ। ਹੁਣ ਇੱਕ ਨਾਰਮਲ ਆਪਾਂ ਕੀ ਕਹਿ ਦਿੰਦੇ ਆ, ਇੱਕ ਹੁੰਦਾ ਆਪਣਾ ਸੋਸ਼ਲਿਸਟ, ਇੱਕ ਹੁੰਦੀ ਆਪਣੀ ਕੈਪੀਟਲਿਸਟ, ਹੈ ਨਾ। ਜਦੋਂ ਜਿੰਨੇ ਵੀ ਰਿਸੋਰਸਿਸ ਅਗਰ ਉਹ ਪਬਲਿਕ ਦੇ ਹੱਥ ਵਿੱਚ ਨੇ, ਉਹ ਕੀ ਸੋਸਾਇਟੀ ਹੈ, ਸੋਸ਼ਲਿਸਟ। ਅਗਰ ਇਹ ਆ ਗਈ ਪ੍ਰਾਈਵੇਟ ਇੰਡੀਵਿਜੂਅਲਸ ਦੇ ਕੋਲ ਤਾਂ ਕੀ ਹੋ ਜਾਏਗੀ, ਆਪਣੀ ਕੈਪੀਟਲਿਸਟ। ਤਾਂ ਬੇਸਿਕਲੀ ਜੋ ਰਸ਼ੀਅਨ ਰੈਵੋਲੂਸ਼ਨ ਸੀ ਉਹ ਕਿਹਦੇ ਅਗੇਂਸਟ ਸੀ, ਕੈਪੀਟਲਿਸਟ ਦੇ ਅਗੇਂਸਟ। Impact of industrial revolution brought men, women, children to factories. Problem of housing and sanitation or unemployment increased. Worker the demands only same, better standard of living, less working hours, better wages और better working conditions, ठीक है। तो जिवें ਆਪਾਂ ਸਭ ਦੇ ਵਿੱਚ thinkers ਪੜ੍ਹਦੇ ਹਾਂ, ਠੀਕ ਹੈ, ਪੂਰੇ ਵੀ ਦੋ ਸੀ, ਕੌਣ-ਕੌਣ, ਰॉबर्ट ओवन और लुई प्लैंक। ਹੁਣ ਇਹ ਕਿਹਦੀ ਗੱਲ ਕਰ ਰਹੇ ਹਾਂ, ਕੋਆਪਰੇਟਿਵਸ ਦੀ। ਹੁਣ ਇਹ ਕੋਆਪਰੇਟਿਵਸ ਬੇਸਿਕਲੀ ਕਿਸ ਤਰ੍ਹਾਂ ਗੱਲ ਕਰ ਰਹੇ ਨੇ ਕਿ ਜਿਵੇਂ ਇਹ ਕੋਈ ਇੰਡਸਟਰੀ ਹੈ ਜਾਂ ਕੋਈ ਫੈਕਟਰੀ ਹੈ, ਕਲੀਅਰ, ਇਹਦੇ ਵਿੱਚ ਕਿੰਨੇ ਲੋਕ ਕੰਮ ਕਰ ਰਹੇ ਨੇ, 100 ਦੇ 100 ਇਹਦੇ ਵਿੱਚ ਕੰਮ ਕਰ ਰਹੇ ਨੇ। ਹੁਣ ਜੋ ਵੀ ਕਿਆ ਆਏਗਾ ਪ੍ਰੋਫਿਟ, ਉਹ ਕਿਹਦੇ ਵਿੱਚ ਡਿਵਾਈਡ ਹੋਏ, 100 ਦੇ ਵਿੱਚ, ਠੀਕ ਹੈ। ਤਾਂ ਇਹਨੇ ਕਿਆ ਬੋਲਿਆ ਕਿ ਕਿਆ ਐਸਟੈਬਲਿਸ਼ ਕਰੋ, ਕੋਆਪਰੇਟਿਵ ਸੋਸਾਇਟੀਜ਼। ਤਾਂ ਦੂਸਰਾ ਕਿਆ ਕਹਿੰਦੇ ਕਿ ਕੋਆਪਰੇਟਿਵ ਸੋਸਾਇਟੀਜ਼ ਐਸਟੈਬਲਿਸ਼ ਹੋਣੀਆਂ ਚਾਹੀਦੀਆਂ ਨੇ ਵਿਦ ਦੀ ਇਨਕਰੇਜਮੈਂਟ ਆਫ ਗਵਰਨਮੈਂਟ, ਕਿ ਇਹਦੇ ਵਿੱਚ ਗਵਰਨਮੈਂਟ ਦਾ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ, ਕਲੀਅਰ। ਇਹਨੇ ਕੋਆਪਰੇਟਿਵ ਬਣਾਈ ਸੀ ਜਿਹਦਾ ਨਾਮ ਕਿਆ ਸੀ, ਨਿਊ ਹਾਰਮਨੀ, ਰॉबर्ट ओवन ਨੇ। ਤਾਂ ਇਸ ਚੀਜ਼ ਨੂੰ ਸਪੋਰਟ ਕਰਨ ਦੇ ਲਈ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਬਣਾਈ ਗਈ ਸੀ ਜਿਸਦਾ ਨਾਮ ਕਿਆ ਸੀ, ਸੈਕੰਡ ਇੰਟਰਨੈਸ਼ਨਲ, ਠੀਕ ਹੈ, ਯਾਦ ਰੱਖਣੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਰਸ਼ੀਆ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਸੀਗੇ, ਲਿਬਰਲਸ, ਰੈਡੀਕਲਸ ਔਰ ਕੰਜ਼ਰਵੇਟਿਵ। ਲਿਬਰਲਸ ਬੇਸਿਕਲੀ ਕੌਣ ਹੁੰਦੇ ਨੇ, ਲੁਕਡ ਫॉर ਚੇਂਜ ਇਨ ਸੋਸਾਇਟੀ, ਬਟ ਰੈਡੀਕਲਸ ਵੀ ਸੇਮ ਇਹੀ ਚੀਜ਼ ਕਹਿੰਦੇ ਨੇ, बट इन्होंने मैथड्स अलग-अलग होंगे ने। वांटेड अ सेक्युलर नेशन, वांटेड पार्लियामेंट गवर्नमेंट, अगेंस्ट गिविंग वोटिंग राइट्स टू वुमेन। और रेडिकल्स ओपन टू चेंज, अपोज्ड privileges of landowners, wanted government based on consent of the people, believed in equality। ਹੁਣ ਆਸਾਨ ਭਾਸ਼ਾ ਦੇ ਵਿੱਚ ਜਿਵੇਂ ਕਾਂਗਰਸ ਦੇ ਵਿੱਚ ਮੋਡਰੇਟਸ ਔਰ ਐਕਸਟ੍ਰੀਮਿਸਟ ਹੁੰਦੇ ਸੀਗੇ। ਮੋਡਰੇਟਸ ਦੀ ਫਿਲਾਸਫੀ ਕੀ ਸੀ, P3 ਪਟੀਸ਼ਨ, ਪ੍ਰੇਅਰ, ਪ੍ਰੋਟੈਸਟ। ਔਰ ਐਕਸਟ੍ਰੀਮਿਸਟ ਕੀ ਕਹਿੰਦੇ ਸੀਗੇ ਕਿ ਗਵਰਨਮੈਂਟ ਨੂੰ 6 ਮਹੀਨੇ ਦਾ ਅਲਟੀਮੇਟਮ ਦਿਓ, अगर वो जगह छड़ रहे हैं ठीक है, वरना उन्होंने पर रिवोल्ट कर दो, ठीक है। और कंजर्वेटिव्स कौन ने, जो सोसाइटी के विच चेंज ही नहीं चाहते, नॉट ओपन टू द सोसाइटी, अपोज्ड बोथ लिबरल्स एंड रेडिकल्स, respected old traditions and culture, ठीक है।
ਹੁਣ ਰਸ਼ੀਆ ਦੇ ਵਿੱਚ ਰੈਵੋਲੂਸ਼ਨ ਤੋਂ ਪਹਿਲਾਂ ਆਕੂਪੇਸ਼ਨ ਕਿਆ ਹੁੰਦੀ ਸੀ, ਐਗਰੀਕਲਚਰ 85% ਔਰ ਇੰਡਸਟਰੀ 15%। ਇੰਡਸਟਰੀ ਸਿਰਫ ਦੋ ਜਗ੍ਹਾ ਤੇ ਹੁੰਦੀ ਸੀ ਕਿ ਸੇਂਟ ਪੀਟਰਸਬਰਗ ਔਰ ਮਾਸਕੋ, ਹੋਰ ਕਿਤੇ ਇੰਡਸਟਰੀ ਨਹੀਂ ਸੀ ਹੁੰਦੀ। ਬਟ ਮੈਨੀ ਫੈਕਟਰੀ ਸੈਟਅਪ ਇਨ 1890s, ਤਾਂ ਰੇਲਵੇਜ਼ एक्सपैंड होनी स्टार्ट होगी, कोल की प्रोडक्शन बढ़ गई। 1900 ਦੇ ਤੱਕ ਕੀ अपना पीजेंट्स दी और वर्कर्स दी रेशो 50-50% हो चुकी सी। उस तो बाद उरे क्या बन रही है, फॉर्मेशन ऑफ सोशल डेमोक्रेटिक वर्कर्स पार्टी। उन्हें भी दो पार्ट डिवाइड होगी, सोशल डेमोक्रेटिक्स और सोशल रिपब्लिक्स। डेमोक्रेटिक्स ਨੂੰ ਆਪਾਂ क्या बोलते हैं, बॉल्शेविक्स। ठीक है, मेजोरिटी ग्रुप ਸੀਗਾ, लीडर कौन सी ਇਹਨਾਂ ਦਾ, लेनिन। favored disciplined party, wanted to control members and quality checked, transform Russian society through force। दूसरे कौन सी अपने, मेंशेविक्स। minority group, believed in stable parliament और wanted mass membership। ठीक है, तो ਹੁਣ ਜਿਹੜੀ ਸੀਗੀ ਆਪਣੀ सोशल डेमोक्रेटिक वर्कर्स पार्टी दो पार्ट में डिवाइड होगी, सोशल डेमोक्रेट्स एंड सोशल रिपब्लिकन्स। ठीक है, ਹੁਣ बेसिकली रिवोल्ट होने का रीजन क्या ਸੀਗਾ, वीक इकोनॉमिक स्ट्रक्चर, एग्रीकल्चर किहदा विक्टिम सी, फ्यूडलिज्म दा, पॉवर्टी एंड अनएम्प्लॉयमेंट। इंस्टेड ऑफ प्रमोटिंग ग्रोथ गवर्नमेंट एंटर्ड वर्ल्ड वॉर 1। तो लेनिन क्लियर से कि जो वर्ल्ड वॉर 1 हुई थी वो बेसिकली किहदे विच हुई सी, कैपिटलिस्ट क्लास दे विच, है ना। तो ਉਹਦਾ रीजन क्या सी कि जो जिवें जर्मन की इंडस्ट्री काफ़ी ज़्यादा ग्रो कर रही थी, ब्रिटेन की कर रही थी, तो इंडस्ट्री दे बेसिक नीड क्या होंगी है, रॉ मटीरियल, है ना। ਤਾਂ ਇਹ ਜੋ ਬਾਲਕਨ ਕ੍ਰਾਈਸਿਸ ਜੇ ਕਦੀ ਸੁਣੇ ਹੋਣ, ਹਨਾ, ਉਹ ਵੀ ਰੀਜ਼ਨ ਕਿਤੇ ਪਿੱਛੇ ਲੜ ਰਹੇ ਸੀਗੇ। ਮੇਨ ਰੀਜ਼ਨ ਸੀ ਵਰਲਡ ਵਾਰ 1 ਦਾ, ਕਿਉਂਕਿ ਉਹ ਰਿਸੋਰਸ ਰਿਚ ਏਰੀਆ ਸੀ, ਉੱਤੇ ਕਾਫੀ ਜ਼ਿਆਦਾ ਰॉ ਮਟੀਰੀਅਲ ਪਾਇਆ ਜਾਂਦਾ ਸੀਗਾ, ਤਾਂ ਇਹਨਾਂ ਦੀ ਲੜਾਈ ਹੋਈ ਸੀ। ਤਾਂ ਇਸ ਸਮੇਂ ਤੇ ਜੋ ਰਸ਼ੀਆ ਸੀਗਾ, ਹਨਾ, ਉਹ ਇੱਕ ਡਿਵੈਲਪਿੰਗ ਨੇਸ਼ਨ ਸੀ, ਉਹਦਾ ਵਰਲਡ ਵਾਰ 1 ਦੇ ਵਿੱਚ ਕੋਈ ਰੋਲ ਨਹੀਂ ਸੀ, ਬਟ ਫਿਰ ਵੀ ਰਸ਼ੀਆ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ। ਉਸ ਤੋਂ ਬਾਅਦ ਰਸ਼ੀਆ ਦੇ ਵਿੱਚ ਇੰਸੀਡੈਂਟ ਹੁੰਦੇ ਜਿਹਨੂੰ ਆਪਾਂ ਕੀ ਬੋਲਦੇ ਹਾਂ, ਬਲੱਡੀ ਸੰਡੇ। 1 ਲੱਖ ਵਰਕਰ ਸੀਗੇ ਸਟ੍ਰਾਈਕ ਦੇ ਵਿੱਚ ਚਲੇ ਗਏ ਸੇਂਟ ਪੀਟਰਸਬਰਗ। ਇਹ ਰਾਜੇ ਉਹ ਸੀਗਾ, ਲੀਡਰ ਕੌਣ ਸੀ ਇਹਨਾਂ ਦਾ, ਫਾਦਰ ਗੈਪੋਨ। ਇਹਨਾਂ ਦੀ ਡਿਮਾਂਡ ਸੀ ਤੇ ਫਾਦਰ ਗੈਪੋਨ ਨੇ ਬੋਲਿਆ ਕਿ ਬਈ ਆਪਾਂ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ ਕਿੰਗ ਦੇ ਪੈਲੇਸ ਦੇ ਅੱਗੇ ਤੇ ਉੱਥੇ ਜਾ ਕੇ ਰਿਵੋਲਟ ਕਰਦੇ ਹਾਂ। ਜਦੋਂ ਸਾਰੇ ਉੱਥੇ ਪਹੁੰਚੇ ਤਾਂ ਕਿੰਗ ਨੇ ਕਿਹਨੂੰ ਬੁਲਾ ਲਿਆ, ਪੁਲਿਸ ਐਂਡ ਕੋਸੈਕਸ, ਤੇ ਉਹਨਾਂ ਨੇ ਇਹਨਾਂ ਸਾਰੇ ਵਰਕਰਾਂ ਨੂੰ ਉੱਥੋਂ ਦੀ ਭਜਾ ਮਾਰਤਾ, ਕੋਈ ਭਜਾਤਾ। ਯਾਨੀ ਕਿ ਅਪਰੋਕਸ 100 ਵਰਕਰਸ ਮਰ ਗਏ ਸੀਗੇ ਤੇ 300 ਵਾਊਂਡਡ ਹੋ ਗਏ ਸੀ ਇਹਦੇ ਵਿੱਚ ਬਲੱਡੀ ਸੰਡੇ ਦੇ ਵਿੱਚ। ਉਸ ਤੋਂ ਬਾਅਦ ਇਹਦੇ ਕੌਨਸੀਕੁਐਂਸ ਕੀ ਹੋਏ, ਇਹ ਸਾਰੀ ਜਗ੍ਹਾ ਤੇ ਪ੍ਰੋਟੈਸਟ ਕਰਨਾ ਸਟਾਰਟ ਕਰਤਾ। सोशल डेमोक्रेट्स कर रहे हैं, रिपब्लिकन्स कर रहे हैं और जेडिट्स कर रहे हैं। जेडिट्स बेसिकली एरिया सीगा जिथे सारे मुस्लिम रहंदे, मुस्लिम डोमिनेटेड एरिया सीगा जेडिट्स। ਤਾਂ ਇਹ बेसिकली किस चीज़ की डिमांड कर रहे सी, ड्यूमा। ड्यूमा क्या इन्हां दी, पार्लीमेंट। उन्हें कह रहे सी कि पार्लीमेंट बनाई जाए। ਤਾਂ ਇਹ ਸਾਰੇ रिवोल्ट्स होने तो बाद जो किंग सी ਜ਼ਾਰ ਨਿਕੋਲਸ II, ਉਹ ਮੰਨ ਗਿਆ ड्यूमा बनाने ਦੇ ਲਈ। ਤਾਂ ਪਹਿਲੀ ड्यूमा कितने दिन डिसमिस करती, 75, और दूसरी 90, और तीसरी बार उन्हें वोटिंग पैटर्न चेंज करता। वोटिंग पैटर्न यानी कि जो बंदा टैक्स पे कर रहा है सिर्फ वही वोट करेगा, तब बच्चे कौन, कंजरवेटिव। ठीक है, तो कंजरवेटिव दोबारा हाउस के बीच आके बैठ गए। उस तो बाद राजे आप देखते हैं कि दूसरी साइड से वर्ल्ड वॉर का की इंपैक्ट पै रहा है। सेंट्रल पावर से ये एलाइज थी। ਹੁਣ इंडस्ट्री ਸੀਗੀਆਂ ऑलरेडी, रशिया की जो इंडस्ट्री सी बहुत ज़्यादा छोटियां सी, कट ऑफ फ्रॉम द इंपोर्ट्स ड्यू टू जर्मन कंट्रोल ऑफ बाल्टिक सी। इंडस्ट्रियल इक्विपमेंट डिस्ट्रॉयड, शॉर्टेज ऑफ लेबर, फूड प्राइसेस इंक्रीजेस, 7 मिलियन कैजुअलिटीज, ओवर 3 मिलियन रिफ्यूजीज। ठीक है, ये सारा इंपैक्ट रशिया के उपर पिया। उस तो बाद रशिया के विच क्या आ रहा है, फैबररी रेवोल्यूशन, है ना। एक रिवर हुंदी सी नेवा, ठीक है, उस रिवर के लैफ्ट बैंक से कौन सी, विंटर पैलेस, ड्यूमा ऑफिशियल बिल्डिंग, और राइट से कौन रहते थे, वर्कर्स, उन्होंने क्वार्टर या फैक्ट्रीज। ठीक है, तो पेट्रोग्रेड की कंडीशन क्या सी, उत्ते फूड शॉर्टेज सी। रीजन क्या सी, बहुत ज़्यादा कोल्ड वैदर सी, जो खेती की प्रोडक्शन सी वो पूरी नहीं सी आ सकती, तो फूड की शॉर्टेज होगी। उन्हें ईवेंट्स लिखे हुए ने लाइन वाइज कि 22 फैबररी को एक फैक्ट्री के उपर ताला लग गया, 23 को स्ट्राइक शुरू होगी, 24 गवर्नमेंट ने कैवलरी बनाई। ठीक है, सिचुएशन ਨੂੰ ਕੰਟਰੋਲ ਕਰਨ ਦੇ ਲਈ। ਇੱਕ ਵਾਰ ਸਿਚੁਏਸ਼ਨ ਕੰਟਰੋਲ ਹੋ ਗਈ, ਬਟ ਉਹਦੇ ਜ਼ਾਰ ਨੇ ਬਲੰਡਰ ਕਰਤਾ, ਜ਼ਾਰ ਨੇ ਦੁਬਾਰਾ ਤੋਂ ड्यूमा ਨੂੰ ਸਸਪੈਂਡ ਕਰਤਾ ਔਰ ਖੁਦ ਸਾਰਾ ਕੁਝ ਦੁਬਾਰਾ ਤੋਂ ਕੰਟਰੋਲ ਦੇ ਵਿੱਚ ਲੈ ਲਿਆ, ਜਿੱਥੋਂ ਲੋਕ ਹੋਰ ਜ਼ਿਆਦਾ ਭੜਕ ਗਏ।
26 ਨੂੰ ਡੈਮੋਨਸਟ੍ਰੇਸ਼ਨਸ ਟਰਨਡ ਵਾਇਲੈਂਟ ਔਰ 27 ਨੂੰ ਸੋਲਜਰਸ ਜੁਆਇਨਡ ਵਰਕਰਸ। ਠੀਕ ਹੈ, ਹੁਣ ਜਦੋਂ ਵਾਇਲੈਂਸ ਹੋਣੀ ਸਟਾਰਟ ਹੋਈ ਤਾਂ ਜ਼ਾਰ ਨੇ ਦੁਬਾਰਾ ਤੋਂ ਆਪਣੀ ਆਰਮੀ ਭੇਜੀ। ਠੀਕ ਹੈ, ਉਸ ਸਮੇਂ ਕਿਸ ਨਾਲ ਮਿਲ ਕੇ ਜਾ ਕੇ ਵਰਕਰਸ ਦੇ ਨਾਲ। ਤਾਂ ਉਸ ਤੋਂ ਬਾਅਦ ਜ਼ਾਰ ਐਬਡੀਕੇਟਡ ਔਨ 2 ਮਾਰਚ, ਤਾਂ ਉਹ ਰਸ਼ੀਆ ਛੱਡ ਕੇ ਚਲਾ ਗਿਆ। ਹੁਣ सोवियत लीडर्स, ड्यूमा लीडर्स, इन्होंने मिलकर क्या बना ली, प्रोविजनल गवर्नमेंट। हम वापस कौन आ रहे हैं, अपना लेनिन। ठीक है, लेनिन ने डर से कि जो प्रोविजनल गवर्नमेंट है ये की है, इस सारे कौन ने, अमीर लोग ने, इन्होंने किस दी फेवर करनी है, कैपिटलिस्ट की। तो उसने आंदे सार बहुत फेमस है क्या दिते, अप्रैल थीसिस। उन्हें सब तो पहले की किया, लड़ाई नू खत्म करो। दूसरी डिस्ट्रीब्यूशन ऑफ लैंड, जो कि इसने की भी सी, जिवें फॉर एग्जांपल आह पूरा एक घर है, इस घर दे विच कैपेसिटी 20 लोगों की है, बट रह किन्ने रहे ने 2, तो 2 लोगों की जगह छड्ड के बाकी सारा किसी होर नूं घर दे दूगा। ईवन पीजेंट्स नूं मैंने खेत ऐं देने स्टार्ट करते थे। तीसरा नैशनलाइजेशन ऑफ बैंक। क्लीयर, देखो राजी ये 3 इवेंट्स इंपॉर्टेंट है। पहला किहड़ा हो रहा अपना ब्लडी संडे, और उस तो बाद दूसरा फेब्रुअरी रेवोल्यूशन, और तीसरा अक्टूबर रेवोल्यूशन। क्लियर, ब्लडी संडे, फेब्रुअरी रेवोल्यूशन और अक्टूबर रेवोल्यूशन। हम अक्टूबर रेवोल्यूशन दे विच क्या होया, इन्हें आके अप्रैल थीसिस दिते। ਹੁਣ ਅਪ੍ਰੈਲ ਥੀਸਿਸ ਦੇਣ ਤੋਂ ਬਾਅਦ ਇਸ ਨੂੰ ਡਰ ਸੀ ਕਿ ਜੋ ਪ੍ਰੋਵਿਜ਼ਨਲ ਗਵਰਨਮੈਂਟ ਹੈ ਉਹ ਡਿਕਟੇਟਰਸ਼ਿਪ ਨਾਲ ਸਟਾਰਟ ਕਰ ਦੇ। ਠੀਕ ਹੈ, ਤਾਂ ਇਹਨਾਂ ਨੇ ਸੀਜ਼ਰ ਦੀ ਪਲੈਨਿੰਗ ਕਰਨੀ ਸਟਾਰਟ ਕਰਤੀ ਕਿ ਆਪਾਂ ਕਿਸ ਤਰ੍ਹਾਂ ਸਾਰੇ ਰਸ਼ੀਆ ਨੂੰ ਸੀਜ਼ ਕਰ ਸਕਦੇ ਹਾਂ। ਬੇਸਿਕਲੀ ਪੈਟਰੋਗ੍ਰਾਡ ਪਾਰਲੀਮੈਂਟ ਸੀ, ਉਸ ਜਗ੍ਹਾ ਨੂੰ ਸੀਜ਼ ਕਰਨਾ ਸੀ। ਤਾਂ ਹੁਣ ਜਿੰਨੇ ਵੀ ਬੋਲਸ਼ੇਵਿਕਸ ਨੇ, ਚਾਹੇ ਉਹ ਆਰਮੀ ਦੇ ਵਿੱਚ ਨੇ, ਚਾਹੇ ਉਹ ਸੋਲਜਰਸ ਨੇ, ਚਾਹੇ ਉਹ ਪੀਜ਼ੈਂਟਸ ਨੇ, ਚਾਹੇ ਉਹ ਵਰਕਰਸ ਨੇ, ਕੋਈ ਵੀ ਹੈ, ਸਭ ਨੂੰ ਮੈਸੇਜ ਦੇਣਾ ਸਟਾਰਟ ਕਰਤਾ ਕਿ ਆਪਾਂ ਹੁਣ ਇੱਕ ਲਾਸਟ ਰਿਵੋਲਟ ਦੀ ਤਿਆਰੀ ਕਰਨੀ ਹੈ। ਤਾਂ ਦੁਬਾਰਾ ਤੋਂ ਇਹਨਾਂ ਦੀ ਮੀਟਿੰਗਸ ਹੋਣੀਆਂ ਸਟਾर्ट हो गया। ठीक है, इन्होंने एक कमेटी बनाई जिसका नाम क्या सी, मिलिटरी रेवोल्यूशनरी कमेटी। इसका हेड कौन सी, ट्रॉट्सकी। क्लीयर, हुण केरेंस्की सीगा वो पेट्रोग्राड दा प्राइम मिनिस्टर सी, वो शहर छड्ड के चला गया। ठीक है, ते हुण क्या किया इन्होंने, जिन्ने भी इहदे कुछ केरेंस्की दे जिन्ने भी फॉलोवर्स सीगे उन्होंने बॉलशेविक्स दी जो कुछ बिल्डिंग सी उन्हां नूं अग लगानी स्टार्ट करती। ਹੁਣ ਰਾਤ ਨੂੰ ਕੀ ਹੋਇਆ, ਸ਼ਿਪ ਅਰੋੜਾ ਸੈਲ ਟੂਵਰਡਸ ਵਿੰਟਰ ਪੈਲੇਸ ਜਿੱਥੇ ਜ਼ਾਰ ਰਹਿੰਦਾ ਸੀ। ਠੀਕ ਹੈ, ਤੇ ਜਿੰਨੇ ਵੀ ਮਿਨਿਸਟਰ ਸੀ ਸਾਰਿਆਂ ਨੇ ਸਰੈਂਡਰ ਕਰਤਾ ਤੇ ਲੈਨਿਨ ਨੇ ਸਾਰਾ ਕੰਟਰੋਲ ਉੱਥੇ ਦਾ ਲੈ ਲਿਆ। ਹੁਣ ਚੇਂਜਸ ਕਿਆ ਕਿਆ ਹੈ ਰੈਵੋਲੂਸ਼ਨ ਤੋਂ ਬਾਅਦ, ਬੈਂਕਸ ਨੈਸ਼ਨਲਾਈਜ਼ ਹੋ ਗਏ, लैंड डिक्लेयर्ड एज सोशल प्रॉपर्टी, इनएबिलिटी पावर एंडेड। मार्च 1980 ट्रीटी ऑफ ब्रेस्ट-लिटोव्स्क विद जर्मनी। एक बेसिकली की सीगा कि जिवें अपना इंडिया ते पाकिस्तान उवें रशिया ते जर्मनी में। ठीक है, तो हुण जर्मनी दे अंग्रेज सीगे। हुण जिवें आपां सेंट पीटर्सबर्ग है, जो वर्ल्ड वॉर 1 हुई सीगी तो सेंट पीटर्सबर्ग का नाम चेंज करके पेट्रोग्रेड कर दिता गया था, क्योंकि सेंट पीटर्सबर्ग रशियन अपना जर्मन नेम है इस करके। ठीक है, इसने जर्मन के नाल एक ट्रीटी साइन कर ली जिस नाल दोबारा तो लोग इसके अगेंस्ट हो गए सीगे। फिर दोबारा तो इन्हें सेंसरशिप लगानी स्टार्ट करती थी। जिवें चेक आ ये पुलिस सीगी, ये बेसिकली लोगों के उपर नज़र रखती थी कि जो भी लैनिन के अगेंस्ट बोलेगा उन्हें चक के जेल दे विच पा देंगे। ठीक है, फिनिश क्रिटिक्स ऑफ पॉलिटिक्स, वन पार्टी स्टेट एस्टैब्लिश, ट्रेड यूनियंस अंडर गवर्नमेंट। क्लियर, उस तो बाद बाय जनवरी 1920 बॉल्शेविक्स कंट्रोल मोस्ट ऑफ द रशियन एम्पायर। उस तो बाद अपना क्या बन गया, यूएसएसआर। ठीक है, अब यूएसएसआर बेसिकली क्या सी कि रशिया के नाल जिन्ने भी सारे छोटे छोटे देश सी, ठीक है, उन्होंने लैनिन की सपोर्ट की, बॉल्शेविक्स की सपोर्ट की, ये सारे ने मिलकर एक ऑर्गेनाइजेशन जिसमें आप क्या बोलते हैं यूएसएसआर। ठीक है, बट लैनिन ने उन्होंने प्रॉमिस किया कि थोड़े असी इंटरनल मैटर्स के इंटरफेयर नहीं करांगे, बट बाद इन्होंने करनी स्टार्ट करती थी। नैशनैलिटी इज गिवन ऑटोनॉमी, नोमैडिक ग्रुप्स फोर्स टू सेटल। उस तो बाद आ जाए की है द इवैल्यूएशन। क्लियर, तो लैनिन तो बाद नैक्सट बॉल्शेविक्स का लीडर कौन आया सी, जोसेफ स्टालिन आई थिंक। हाँ, जोसेफ स्टालिन। मैं वैसे कहानी दस देना की होया सीगा, नाम लैनिन तो बाद आया सी स्टालिन, वैसे लिख लो अगर लिखना था। हुण स्टालिन आया उरे
ਸਟੈਲਿਨ ਨੇ ਉਰੇ ਆ ਕੇ ਇੱਕ ਪ੍ਰੋਗਰਾਮ ਸਟਾਰਟ ਕੀਤਾ, ਜਿਹਦੇ ਵਿੱਚ ਉਸਨੇ ਕੀ ਕਿਹਾ ਕਿ ਜਿੰਨੇ ਵੀ ਹੈ ਆਪਣੇ ਪੀजेंट्स, ठीक है, वो सारी कंबाइन खेती करेंगे। क्लियर कि जिन्ने भी अपने जो टूल्स होंगे, जो फर्टिलाइजर्स होंगे, और कौन प्रोवाइड करेगा? गवर्नमेंट। बट जो भी इन्हों की ग्रेन्स होंगियां वो उसको प्राइवेट मार्केट के जाके नहीं बेच सकते। ਉਹਦਾ रीजन की सी क्योंकि इस तो पहला बहुत ज्यादा क्या हो रही थी? फूडिंग, ठीक है, और फूड की शॉर्टेज हो रही थी रशिया के, उस चीज़ को ओवरकम करने के लिए इसने आ स्टेप्स लाए। बट जो कुछ पीजेंट्स सी वो इस चीज़ को बिल्कुल भी एग्री नहीं सी हो रहे। जो एग्री नहीं सी हो रहा उसको इसने पनिश करना स्टार्ट करता, कुछ ਨੂੰ देश निकलना देना शुरू इसने करता। सिचुएशन की आई, सिचुएशन इदा आई कि जो फूड की प्रोडक्शन सी वो पहले नालों भी बहुत ज़्यादा डिक्रीज हो गई। ठीक है, एक तरह की सिविल वॉर होनी स्टार्ट हो गई। वाइट हो गए, रेड हो गए और ग्रीन हो गए। वाइट कौन होंगे थे? अपना हो कंजर्वेटिव्स, लैंडलॉर्ड्स। ग्रीन्स फार्मर्स, रेड हो गए अपने बोल्शेविक। वाइट, रेड और ग्रीन इन्हों की क्या स्टार्ट हो गई थी? सिविल वॉर। हुण मैं एक चीज़ दसी सी कि जो लैनिन पावर दे विच आया, लैनिन ने क्या की थी? डिस्ट्रीब्यूशन ऑफ लैंड। लैंड किता सी वो वाइट्स दा, कंजरवेटिव दा। किता किनू सी? ग्रीन्स नू। किता किनू सी? तो ऑब्वियसली ये आपस दे विच क्या बन गए सी? नैचुरल एनिमी। ठीक है, तो हुण लोग बोल्शेविक्स दे भी बहुत ज़्यादा क्या हो गए थे? अगेंस्ट। ਉਹਦਾ रीजन क्या सी? इन्होंने क्या लगा दी सी? सेंसरशिप। लोगों को कंट्रोल करना स्टार्ट करता सी। तो ये सिचुएशन बन गई सी जिहदे नाल क्या स्टार्ट हो गई रशिया दे विच? सिविल वॉर। उन्हें एंड कद होएगी? जो अपना क्या बनेगा? सोवियत। क्लियर। हुण विच थोड़ी देर किहदा रूल आ जाएगा? वाइट्स का और ग्रीन्स का। बट वो तो बाद जो अपने बोल्शेविक्स ने ये क्या करेंगे? रशिया के नाल जिन्ने भी देश ने उन्होंने क्या मंगणगे? सपोर्ट। सपोर्ट मंगणगे। उस तो बाद दोबारा रशिया के अपना रूल एस्टैबलिश कर देंगे। ठीक है, इधर जो भी फैक्चुअल डाटा होएगा मैं एक होर शीट बना देना, वो सारा लिखा होगा, बस गो थ्रू हो जाइए। ये वाला सिविल वॉर वाला पोर्शन पीसीएस इंपॉर्टेंट नहीं है। क्लियर।